ਕਿ ਬੜਾ ਅਨਫੋਰਚੂਨੇਟ ਜਾਂ ਤੇ ਕਿਸੇ ਨੂੰ 2 ਮਿੰਟ ਟਾਈਮ ਦੇ ਦਿਓ ਨਾ। ਦੇਖੋ ਬੜਾ ਅਨਫੋਰਚੂਨੇਟ ਹੈ ਸਾਰੇ ਦੇਸ਼ ਦੇ ਵਿੱਚ ਜਿਸ ਕਿਸਮ ਦਾ ਇੱਕ ਖੌਫ ਦਾ ਡਰ ਦਾ ਮਾਹੌਲ ਬਣਾਇਆ ਐਂਡ ਸਾਰਿਆਂ ਨੂੰ ਅਨਫੋਰਚੂਨੇਟ ਗੱਲ ਕੀ ਹੈ ਕਿ ਸਮੁੱਚੀ ਆਪੋਜੀਸ਼ਨ ਇਹੀ ਕਹਿ ਰਹੀ ਹੈ ਕਿ ਸਾਰੀਆਂ ਸੈਂਟਰ ਦੀ ਏਜੰਸੀਜ਼ ਦਾ ਪਹਿਲੇ ਇਹਨਾਂ ਨੇ ਗਲਤ ਇਸਤੇਮਾਲ ਕੀਤਾ, ਸਾਰਿਆਂ ਨੂੰ ਡਰਾਇਆ ਧਮਕਾਇਆ। ਹੁਣ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਉਹਨਾਂ ਦੇ ਜਿਹੜੇ ਫਾਰਮਰ ਪ੍ਰਧਾਨ ਨੇ, ਮੇਨ ਕਾਂਗਰਸ ਦੇ ਲੀਡਰ ਨੇ ਰਾਹੁਲ ਗਾਂਧੀ ਜੀ, ਉਹਨਾਂ ਦੇ ਸਾਰੇ ਕੇਸ ਤੁਸੀਂ ਵੇਖੋ। ਅਨਫੋਰਚੂਨੇਟ ਗੱਲ ਕਿ 572 ਲੋਕ ਸਭਾ ਦੇ ਮੈਂਬਰਸ ਨੇ, 572 ਚੋਂ 140 ਦੇ ਖਿਲਾਫ 30% ਲੋਕ ਸਭਾ ਦੇ ਮੈਂਬਰਸ ਨੇ ਜਿਨ੍ਹਾਂ ਦੇ ਖਿਲਾਫ ਕਤਲ ਦੇ ਕੇਸ ਨੇ, ਕਿਡਨੈਪਿੰਗਸ ਦੇ ਕੇਸ ਨੇ, ਰੈਂਸਮ ਦੇ ਕੇਸਿਸ ਨੇ, ਸੰਗੀਨ ਜਿਹੜੇ ਹੀਨਸ ਕ੍ਰਾਈਮਸ ਨੇ। ਅਜੇ ਤੱਕ ਇੱਕ ਬੰਦਾ ਇਹਨਾਂ ਨੂੰ ਇਹੋ ਜਿਹਾ ਨਹੀਂ ਲੱਭ ਸਕਿਆ ਜਿਹਨੂੰ ਅਸੀਂ ਡਿਸਮੈਂਬਰ ਕਰ ਸਕੀਏ, ਡਿਸਕੁਆਲੀਫਾਈ ਕਰ ਸਕੀਏ। ਜੇ ਇੱਕ ਲੱਭਾ ਉਹ ਲੀਡਰ ਲੱਭਾ ਜਿਹਨੂੰ ਪਹਿਲੇ ਤੇ ਇਹਨਾਂ ਨੇ ਵੇਖੋ ਪਾਰਲੀਮੈਂਟ ਦੇ ਵਿੱਚ ਮੌਕਾ ਹੀ ਨਹੀਂ ਦਿੱਤਾ ਬੋਲਣ ਦਾ, ਬੀਇੰਗ ਅ ਮੈਂਬਰ ਆਫ ਪਾਰਲੀਮੈਂਟ ਮੌਕਾ ਨਹੀਂ ਦਿੱਤਾ। ਹੁਣ ਜੋ ਕੁਝ ਹੋਇਆ ਅੱਜ ਰਾਹੁਲ ਗਾਂਧੀ ਜੀ ਨੇ ਖੁਦ ਤੁਹਾਡੇ ਨਾਲ ਲਾਈਵ ਹੋ ਕੇ ਸਾਰੇ ਦੇਸ਼ ਨੂੰ ਦੱਸਿਆ ਕਿ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼, ਕਿਉਂਕਿ ਮੈਂ ਸਵਾਲ ਤੇ ਜਵਾਬ ਮੰਗਦਾ ਸੀ ਹਿੰਡਨਬਰਗ ਰਿਪੋਰਟ ਜਿਹੜੀ ਅਡਾਨੀਆਂ ਦੇ ਖਿਲਾਫ, ਕਿ ਉਹਦੇ ਤੇ ਜਿਹੜੇ ਬੀਜੇਪੀ ਦੀ ਸਰਕਾਰ ਜਿਹੜੀ ਹੈ ਉਹ ਜਵਾਬ ਦੇਣ ਨੂੰ ਤਿਆਰ। ਅੱਜ ਪਹਿਲੀ ਦਫਾ ਅਸੀਂ ਵੇਖਿਆ ਬਹੁਤ ਸਾਲਾਂ ਤੋਂ ਬਾਅਦ ਸਾਰੀਆਂ ਆਪੋਜੀਸ਼ਨ ਪਾਰਟੀਆਂ ਇੱਕ ਦੋ ਨੂੰ ਛੱਡ ਕੇ, ਜਿਹੜਾ ਸਾਨੂੰ ਇਹ ਪੂਰਨ ਫੇਥ ਹੈ ਕਿ ਆਉਂਦੇ ਦਿਨਾਂ ਵਿੱਚ ਉਹ ਵੀ ਅੰਡਰ ਪਬਲਿਕ ਪ੍ਰੈਸ਼ਰ ਇਕੱਠੀਆਂ ਹੋਣਗੀਆਂ। ਜੋ ਰਾਹੁਲ ਜੀ ਨੇ ਇਹਨਾਂ ਨੇ ਕੀਤਾ, ਬਹੁਤ ਸਾਰੇ ਲੋਕ ਜਿਹੜੇ ਕਦੀ ਵੀ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਤੇ ਕਾਂਗਰਸ ਨੂੰ ਕਦੀ ਜਿਨ੍ਹਾਂ ਆਦਮੀਆਂ ਨੇ ਸਾਨੂੰ ਸਪੋਰਟ ਵੀ ਨਹੀਂ ਕੀਤਾ, ਉਹ ਸਾਰੇ ਵੈਲ ਮੀਨਿੰਗ ਲੋਕ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਤੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਇਸ ਮੁਹਿੰਮ ਦੇ ਵਿੱਚ ਇਕੱਠੇ ਹੋ ਰਹੇ ਨੇ। ਜਿਹੜੀ ਸਾਡੀ ਸਟੇਟ ਦੇ ਇੰਚਾਰਜ ਹਰੀਸ਼ ਚੌਧਰੀ ਜੀ ਇੱਥੇ ਆਏ ਨੇ, ਅਸੀਂ ਸਾਰੇ ਪੰਜਾਬ ਦੇ ਸਾਥੀਆਂ ਨੂੰ, ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਜਿਹੜੇ ਆਊਟ ਆਫ ਸਟੇਸ਼ਨ ਗਏ ਨੇ, ਚੰਦ ਮਿੰਟਾਂ 'ਚ ਉਹ ਵੀ ਪਹੁੰਚਣ ਵਾਲੇ ਨੇ, ਸਾਰਿਆਂ ਨਾਲ ਡਿਲੀਬਰੇਟ ਕਰਾਂਗੇ ਅਸੀਂ ਕਿ ਕਿਸ ਕਿਸਮ ਦਾ ਅਸੀਂ ਪੰਜਾਬ ਦੇ ਵਿੱਚ ਇਹ ਭਾਜਪਾ ਦੀ ਜਿਹੜੀ ਸਰਕਾਰ ਹੈ ਇਹਨੂੰ ਕਿਸ ਤਰ੍ਹਾਂ ਵਿਰੋਧਤਾ ਕਰਨੀ ਹੈ, ਲੋਕਾਂ ਨੂੰ ਕਿਸ ਤਰ੍ਹਾਂ ਲੈਣਾ, ਕਿਸ ਤਰ੍ਹਾਂ ਲੋਕਾਂ ਨੂੰ ਦੀ ਸਪੋਰਟ ਲੈਣੀ ਹੈ। ਲੋਕਾਂ ਦੀ ਸਪੋਰਟ ਨਾਲ ਹੀ ਅਖੀਰ ਗੱਲ ਬਣਨੀ ਹੈ। ਤੋ ਇਹਨਾਂ ਦਾ ਇੱਕ ਚਿਹਰਾ ਸਾਫ਼ ਤੌਰ ਲੋਕਾਂ ਦੇ ਸਾਹਮਣੇ ਆ ਗਿਆ ਕਿ ਸਾਰੇ ਹਿੰਦੁਸਤਾਨ ਦੇ ਇੰਸਟੀਟਿਊਸ਼ਨਸ, ਭਾਵੇਂ ਜੁਡੀਸ਼ਰੀ ਹੋਏ, ਭਾਵੇਂ ਪ੍ਰੈਸ ਹੋਏ, ਭਾਵੇਂ ਬਿਊਰੋਕ੍ਰੇਸੀ ਹੋਏ, ਸਾਰਿਆਂ ਨੂੰ ਦਬਾਉਣ ਦੀ ਨੱਪਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ ਵਿੱਚ ਇਹ ਕਾਮਯਾਬ ਨਹੀਂ ਹੋ ਪਾਣਗੇ। ਮੇਰਾ ਇਹ ਮੰਨਣਾ ਹੈ ਕਿ ਗੋਡ ਸੈਂਟ ਓਪਰਚੁਨਿਟੀ ਸਾਰੀਆਂ ਆਪੋਜੀਸ਼ਨ ਪਾਰਟੀਜ਼ ਵਾਸਤੇ ਇੱਕ ਪਰਮਾਤਮਾ ਵੱਲੋਂ ਕੱਲੀ ਹੋਈ ਓਪਰਚੁਨਿਟੀ ਹੈ। ਜੇ ਅਸੀਂ ਭਾਜਪਾ ਨੂੰ ਸਾਰੇ ਦੇਸ਼ ਦੇ ਵਿੱਚ ਇਕੱਠੇ ਹੋ ਕੇ ਲੜਾਂਗੇ ਤੇ ਇਹਨਾਂ ਨੂੰ ਕੱਲੀਆਂ ਪਿਛਲੀ ਇਲੈਕਸ਼ਨ 'ਚ 32% ਵੋਟਾਂ ਪਈਆਂ ਤੇ 68% 68% ਹਿੰਦੁਸਤਾਨੀ ਅੱਜ ਇਹਨਾਂ ਦੇ ਅਜੇ ਖਿਲਾਫ। ਜੇ ਅਸੀਂ ਇੱਕ ਇੱਕ ਕੈਂਡੀਡੇਟ ਪੁੱਟ ਕਰਨੇ ਆ ਤੇ ਨਾਮੋ ਨਿਸ਼ਾਨ ਨਹੀਂ ਇਹਨਾਂ ਦਾ ਰਹਿ ਜਾਣਾ। ਇਸ ਘਬਰਾਹਟ ਦੇ ਵਿੱਚ ਸਾਰੇ ਕੰਮ ਕੀਤੇ ਜਾ ਰਹੇ ਨੇ। ਇਹ ਪਤਾ ਇਹਨਾਂ ਨੂੰ ਪੁੱਠਾ ਪਏਗਾ, ਇਹ ਸਿੱਧਾ ਪੈਣ ਵਾਲਾ ਇਹ ਹੈ ਨਹੀਂ। ਬਟ ਹਮੇਸ਼ਾ ਤੁਸੀਂ ਵੇਖਦੇ ਹੋ ਦੇਸ਼ਾਂ ਦੇ ਇਤਿਹਾਸ ਦੇ ਵਿੱਚ ਕੁਝ ਇਹੋ ਜਿਹੇ ਮਰਲੇ ਆਉਂਦੇ ਨੇ ਜਦੋਂ ਸਾਰੀਆਂ ਡੈਮੋਕ੍ਰੈਟਿਕ ਫੋਰਸਿਸ ਇਕੱਠੀਆਂ ਹੁੰਦੀਆਂ ਨੇ। ਪਰਿਵਾਰਾਂ 'ਚ ਵੀ ਅਸੀਂ ਵੇਖਿਆ, ਕਿਸੇ ਵੀ ਪਰਿਵਾਰ ਦੇ ਕਿਸੇ ਚੰਗੇ ਜੀ ਨੂੰ ਜਦੋਂ ਹੱਥ ਪੈਂਦਾ ਤੇ ਭਾਵੇਂ ਆਪਸੀ ਜਿੰਨੇ ਮਰਜ਼ੀ ਡਿਫਰੈਂਸਿਸ ਹੋਣ, ਫਿਰ ਸਾਰੇ ਪਰਿਵਾਰ ਇਕੱਠੇ ਹੋ ਕੇ ਆਪਣੀ ਦਸਤਾਰ ਦੀ ਲੜਾਈ, ਆਪਣੀ ਪੱਗ ਦੀ ਲੜਾਈ, ਆਪਣੀ ਇੱਜ਼ਤ ਦੀ ਲੜਾਈ ਇਕੱਠੇ ਹੋ ਕੇ ਲੜਦੇ ਨੇ ਤੇ ਕਾਮਯਾਬੀ ਪਾਉਂਦੇ ਨੇ। ਇਹਦੇ ਵਿੱਚ ਵੀ ਸਾਨੂੰ ਕਾਮਯਾਬੀ ਨਜ਼ਰ ਆਉਂਦੀ ਹੈ, ਸਾਨੂੰ ਮਿਲੇਗੀ। ਸਰ, ਪੰਜਾਬ ਦੀ ਪ੍ਰੈਜ਼ੈਂਟ ਸਿਚੁਏਸ਼ਨ ਲਾਅ ਐਂਡ ਆਰਡਰ ਨੂੰ ਵੇਖਦੇ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ? ਦੇਖੋ ਆਪਾਂ ਇੱਥੋਂ ਤੱਕ ਹੀ ਰੱਖੀ ਆ, ਜੇ ਲਾਅ ਐਂਡ ਆਰਡਰ ਤੇ ਅੱਗੇ ਹੈ ਹੀ ਕੋਈ ਨਹੀਂ। 80,000 ਪੰਜਾਬ ਪੁਲਿਸ, 19,000 ਸੈਂਟਰ ਫੋਰਸਿਸ, ਇੱਕ ਕਦਮ ਮਰਸਰੀ ਕਾਰ ਲੱਭ ਪਈ ਹੈ ਅੰਮ੍ਰਿਤਪਾਲ ਸਿੰਘ ਦੀ, ਬਰੀਜ਼ਾ ਗੱਡੀ ਲੱਭ ਪਈ, ਮੋਟਰਸਾਈਕਲ ਲੱਭ ਪਿਆ, ਜਗਾੜੂ ਲੱਭ ਪਿਆ, ਘਰ ਲੱਭ ਪਏ, ਬਟ ਅੰਮ੍ਰਿਤਪਾਲ ਸਿੰਘ ਨਹੀਂ ਲੱਭਾ। ਇਹ ਸਾਡੀ ਪੁਲਿਸ ਜਿਹੜੀ ਹੈ ਵਾਰੇ ਵਾਰੇ ਜਾਈਏ ਇਹਦੀ ਵੀ ਤੇ ਸੈਂਟਰ ਵਾਲਿਆਂ ਦੀ ਵੀ, ਇਹ 48 ਘੰਟੇ ਅੰਮ੍ਰਿਤਪਾਲ ਸਿੰਘ ਤੋਂ ਪਿੱਛੇ ਚੱਲ ਰਹੇ। ਇਹਨਾਂ ਕੋ ਮਰਸਰੀ ਕਾਰ ਦਾ ਨੰਬਰ ਵੀ ਹੈ, ਬਰੀਜ਼ਾ ਦਾ ਨੰਬਰ ਵੀ ਹੈ, ਮੋਟਰਸਾਈਕਲ ਦਾ ਨੰਬਰ ਵੀ ਹੈ, ਜਗਾੜੂ ਦਾ ਨੰਬਰ ਵੀ ਹੈ, ਫੋਟੋਆਂ ਵੀ ਹੈ ਨੇ, ਹਰ ਚੀਜ਼ ਦੀ ਗੱਲ ਹੈ। ਬਟ ਅੰਮ੍ਰਿਤਪਾਲ ਸਿੰਘ ਇਹਨਾਂ ਕੋਲ ਲੱਭ ਨਹੀਂ ਰਿਹਾ। ਇਹਦਾ
ਤੇ ਪਲ ਪਲ ਦੀ ਖਬਰ ਰੱਖਣ ਵਾਲਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਨੂੰ ਪਲ ਪਲ ਦੀ ਖਬਰ ਹੈ, ਉਹ ਭਗਵੰਤ ਮਾਨ ਤੈਨੂੰ ਤੇ ਆਪਣੀ ਖਬਰ ਹੈ ਨਹੀਂ। ਪਲ ਪਲ ਦੀ ਤੇਰੇ ਕੋ ਖਬਰ ਕੀ ਹੋਣੀ? ਨਾ ਤੈਨੂੰ ਲਾਰੈਂਸ ਬਿਸ਼ਨੋਈ ਦੀ ਖਬਰ ਹੈ, ਨਾ ਤੈਨੂੰ ਅੰਮ੍ਰਿਤਪਾਲ ਸਿੰਘ ਦੀ ਖਬਰ ਹੈ, ਤੈਨੂੰ ਪਤਾ ਨਹੀਂ ਕਿਹਦੀ ਖਬਰ ਹੈ। ਪੰਜਾਬ ਜਿਹੜਾ ਬੇਹਾਲ ਹੋ ਚੁੱਕਿਆ। ਜੇ 1 ਲੱਖ ਲੋਕਾਂ ਦੇ ਨਾਲ ਜਿਹਨੂੰ ਪਿੰਡੋਂ ਜੇ ਇਹਨਾਂ ਦੀ ਨੀਅਤ ਹੁੰਦੀ, ਮੈਂ ਸਮਝਦਾ ਇਹਨਾਂ ਦੀ ਨੀਅਤ ਹੀ ਸਾਨੂੰ ਸ਼ੰਕਾ। ਇਹ ਡਰਾਮਾ ਰਚਾਉਣਾ ਚਾਹੁੰਦੇ ਸੀ, ਮੈਂ ਪਹਿਲੇ ਵੀ ਕਿਹਾ, ਹੁਣ ਵੀ ਤੁਹਾਨੂੰ ਕਹਿ ਰਿਹਾ। ਸ਼ਾਹਕੋਟ ਦੇ ਵਿੱਚ ਇਹਨਾਂ ਸੋਚਿਆ ਸ਼ਾਹਕੋਟ ਦੇ ਵਿੱਚ ਇਹ ਕੰਮ ਕਰਾਂਗੇ ਤੇ ਜਲੰਧਰ ਦੀ ਪਾਰਲੀਮੈਂਟ ਦੀ ਸੀਟ ਤੇ ਸਾਨੂੰ ਕੋਈ ਫਾਇਦਾ ਹੋਏਗਾ। ਫਾਇਦਾ ਤੇ ਇਹਨਾਂ ਨੂੰ ਕੀ ਹੋਣਾ ਸੀ? ਜਿਹਨੂੰ ਫੜਨ ਗਿਆ ਸੀ ਉਹ ਗ੍ਰਿਫਤਾਰ ਨਹੀਂ ਹੋਇਆ। ਜਲੂਸ ਸਾਰੇ ਹਿੰਦੁਸਤਾਨ 'ਚ ਇਹਨਾਂ ਨੇ ਕਢਾ ਲਿਆ। ਨਜਾਇਜ਼ ਬੰਦਿਆਂ ਦੇ ਪਰਚੇ ਕਰਾਏ ਜਾ ਰਹੇ ਨੇ, ਜਿਨ੍ਹਾਂ ਨੂੰ ਬਾਹਰਲੀਆਂ ਜੇਲ੍ਹਾਂ ਵਿੱਚ ਲਾਰੈਂਸ ਬਿਸ਼ਨੋਈ, ਇਹਦਾ ਗੈਂਗ ਸਾਰਾ, ਜੱਗੂ ਭਗਵਾਨਪੁਰੀਆ, ਉਹਦਾ ਸਾਰਾ ਗਰੋਹ ਜਿਹੜਾ, ਉਹ ਬਾਹਰਲੀਆਂ ਜੇਲ੍ਹਾਂ ਵਿੱਚ ਤੇ ਸੂਬੇ 'ਚ ਉਹ ਜਾਣੇ ਚਾਹੀਦੇ ਸੀ, ਘੱਲ ਬਾਕੀ ਦੇ ਦਿੱਤੇ। ਮੈਂ ਇਹ ਪੁੱਛਣਾ ਚਾਹੁੰਦਾ ਅੱਜ ਦੇ ਭਗਵੰਤ ਮਾਨ ਜੀ, ਇਹ ਦੱਸੋ ਲਾਰੈਂਸ ਬਿਸ਼ਨੋਈ ਨੂੰ ਤੇ ਜੱਗੂ ਭਗਵਾਨਪੁਰੀਏ ਨੂੰ ਕਿੱਦਣ ਬਾਹਰਲੀਆਂ ਜੇਲ੍ਹਾਂ 'ਚ ਘੱਲਣਾ? ਤੂੰ ਕਹਿ ਰਿਹਾ ਮੈਂ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣ ਦੇਣਾ। ਅਫਗਾਨਿਸਤਾਨ ਤੇ ਬਣ ਚੁੱਕਿਆ ਜਿੱਦਣ ਦਾ ਅਜਨਾਲੇ ਦੇ ਥਾਣੇ ਤੇ ਕਬਜ਼ਾ ਹੋ ਚੁੱਕਿਆ। ਜਿੱਦਣ ਦਾ ਲਾਰੈਂਸ ਬਿਸ਼ਨੋਈ ਲਾਈਵ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 52 ਮਿੰਟ ਦੀਆਂ ਲਾਈਵ ਇੰਟਰਵਿਊਜ਼ ਦਿੰਦਾ, ਅਜੇ ਅਫਗਾਨਿਸਤਾਨ ਬਣ ਤੋਂ ਕੋਈ ਕਸਰ ਰਹਿ ਗਈ ਹੈ? ਤੈਨੂੰ ਤਾਂ ਪਤਾ ਹੀ ਕੋਈ ਨਹੀਂ। ਕਹਿੰਦਾ ਮੈਨੂੰ ਪਲ ਪਲ ਦੀ ਖਬਰ ਹੈ। ਤੋ ਇਸ ਗੱਲ ਕਾਰਨ ਜਿਹੜੇ ਕੰਮ ਵਾਸਤੇ ਅੱਜ ਅਸੀਂ ਇਕੱਠੇ ਹੋਏ ਆ, ਪਹਿਲੇ ਉਹਦੀ ਗੱਲ ਕਰੀਏ। ਇਹਦੀ ਗੱਲ ਕੀ ਕਰਨੀ? ਇਹ ਵੇਖੋ ਇੱਕ ਅਫਸੋਸ ਵਾਲੀ ਗੱਲ, ਕਾਂਗਰਸ ਦੀ ਪਿਛਲੀ ਸਰਕਾਰ ਨੇ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ, 50 ਕਰੋੜ ਰੁਪਈਆ ਡੇਰੇ ਬੱਲਾ ਨੂੰ ਇੱਕ ਰਿਸਰਚ ਇੰਸਟੀਚਿਊਟ ਵਾਸਤੇ ਜਿਹੜਾ ਦਿੱਤਾ ਗਿਆ ਸੀ, ਉਹ ਪਹਿਲੇ ਪੈਸੇ ਰੋਕੇ। ਵੇਖੋ ਇਹ ਇਸ ਫਰਜ਼ੀ ਸਰਕਾਰ ਦੇ ਹਾਲ ਵੇਖੋ, ਪਹਿਲੇ ਪੈਸੇ ਰੋਕੇ, ਫਿਰ ਹੁਣ ਉਹੀ 25 ਕਰੋੜ ਰੁਪਈਆ 50 ਦੀ ਜਗ੍ਹਾ ਤੇ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਜਲੰਧਰ ਰਿਲੀਜ਼ ਕਰਨ ਗਏ। ਉਹ ਅਸੀਂ ਕਹਿੰਦੇ ਕੋਈ ਤਾਜ਼ੀ ਕੰਮ ਕੋਈ ਉਹ ਕਰੋ। ਹਰ ਜਗ੍ਹਾ ਦੇ ਉੱਤੇ ਤੁਸੀਂ ਨਿਰਾ ਝੂਠ ਤੇ ਹੀ ਇੱਕ ਜ਼ੋਰ ਰੱਖਿਆ ਜੀ। ਕੋਈ ਸਕੂਲ ਆਫ ਐਕਸੀਲੈਂਸ ਤੁਸੀਂ ਵੇਖਿਆ ਹੀ ਹੈ। ਕੱਲ ਸੁਖਪਾਲ ਸਿੰਘ ਖਹਿਰਾ ਨੇ ਇੱਕ ਇਹਨਾਂ ਦੇ MLA ਨੂੰ ਵੇਖੋ 10ਵੀਂ ਪੜ੍ਹੇ ਨੂੰ 12ਵੀਂ ਪੜ੍ਹਨ ਲੱਗਾ ਸੀ ਨਕਲ ਮਾਰ ਕੇ। ਇਹ ਦਿੱਲੀ ਦਾ ਮਾਡਲ ਹੈ ਜੀ। ਘਰ ਦੀ ਵੀ ਉਹਨੇ ਆਪਣੀ ਬਿਠਾਈ ਸੀ ਐਗਜ਼ਾਮੀਨੇਸ਼ਨ, ਉਹਦੇ ਵਿੱਚ ਉਹਦੀ ਜਗ੍ਹਾ ਵੀ ਕੋਈ ਬੈਠਾ ਸੀ, MLA ਸਾਹਿਬ ਦੀ ਜਗ੍ਹਾ ਵੀ ਕੋਈ ਬੈਠਾ ਸੀ। ਉਹ ਗੱਲ ਵੱਖਰੀ ਹੈ। ਸਾਡੇ MLA ਨੂੰ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ, ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਪਾਬੰਦ ਕਰ ਦਿੱਤਾ, ਕਿਉਂਕਿ ਤੁਹਾਨੂੰ ਪਤਾ। ਤੇ ਜੇ ਅੱਜ ਮੈਂ ਕੇਜਰੀਵਾਲ ਸਾਹਿਬ ਅੱਜ ਪੰਜਾਬ ਦੀ ਸਰਜ਼ਮੀਨ ਤੇ ਆਏ ਨੇ, ਮੈਂ ਅੱਜ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਨਾ ਤੇ ਭਗਵੰਤ ਮਾਨ ਨੂੰ, ਜੇ ਇਹ ਮਾਡਲ ਹੈ ਦਿੱਲੀ ਦਾ ਤੁਹਾਡਾ, ਇਹ ਮਾਡਲ ਹੈ ਐਕਸੀਲੈਂਸ ਦਾ, ਇਹ ਮਾਡਲ ਹੈ ਬਾਹਰਲੇ ਜਿਹੜੇ ਪ੍ਰਿੰਸੀਪਲਸ ਤੇ ਹੈਡਮਾਸਟਰਸ ਘੱਲ ਰਹੇ ਹੋ, ਐਂਡ ਰਿਜ਼ਲਟ ਕੀ ਹੈ? ਜੇ ਤੁਹਾਡੇ MLA ਨਕਲ ਮਾਰ ਕੇ ਤੁਸੀਂ ਪਾਸ ਕਰਾਣੇ ਨੇ, ਕਿਸ ਕਿਸਮ ਦੀ ਕੁਆਲਿਟੀ ਐਜੂਕੇਸ਼ਨ ਅਸੀਂ ਦੇ ਰਹੇ ਹਾਂ? ਮੈਂ ਮੰਗ ਕਰਾਂਗਾ ਕਿ ਹਰਜੋਤ ਸਿੰਘ ਬੈਂਸ, ਭਾਵੇਂ ਕੱਲ ਹੀ ਉਹਦਾ ਵਿਆਹ ਹੋਇਆ, ਅੱਜ ਹੀ ਹੋਇਆ, ਇਹਨੂੰ ਤੋਹਫਾ ਭਾਵੇਂ 2 ਦਿਨ ਖਲੋ ਕੇ ਦਿਓ, ਇਹਦਾ ਅਸਤੀਫਾ ਲਓ ਤੇ ਜਿਹੜਾ ਬਟਾਲੇ ਵਾਲਾ MLA ਆ ਉਹਦੇ ਤੇ ਕੇਸ ਦਰਜ ਕੀਤਾ ਜਾਏ। ਉਹਨੇ ਆਪਣੀ ਜਗ੍ਹਾ ਤੇ ਜਿਹੜਾ ਫਰਜ਼ੀ ਬੰਦਾ ਬਿਠਾਇਆ ਉਹਨਾਂ ਤੇ ਕੇਸ ਰਜਿਸਟਰ ਕਰਕੇ ਸਾਰਾ ਐਗਜ਼ਾਮੀਨੇਸ਼ਨ ਜਿਹੜਾ ਸੈਂਟਰ ਹੈ ਉਹਨਾਂ ਤੇ ਬਕਾਇਦਾ ਤੌਰ ਤੇ ਤਹਿਕੀਕਾਤ ਕੀਤੀ ਜਾਏ, ਕੇਸ ਰਜਿਸਟਰ ਕੀਤਾ ਜਾਏ, ਅੰਦਰ ਦਿੱਤਾ ਜਾਏ। ਜੇ ਇਮਾਨਦਾਰੀ ਦੀਆਂ ਗੱਲਾਂ ਕਰੀਆਂ ਭਗਵੰਤ ਮਾਨ ਜੀ, ਤੁਹਾਡੇ ਸਾਹਮਣੇ ਟੈਸਟ ਹੈ। ਇਹ ਪਲ ਪਲ ਦੀ ਖਬਰ ਤੁਹਾਨੂੰ ਇਹੋ ਜਿਹੀ ਰਹਿੰਦੀ ਹੈ ਕਿ ਤੁਸੀਂ ਆਪਣੇ MLA ਨੂੰ ਫਰਜ਼ੀ ਟੈਸਟ ਦੇਣ ਵਾਸਤੇ ਬਿਠਾ ਸਕਦੇ? ਕੋਈ ਪੁੱਛਣ ਗਿੱਛਣ ਵਾਲਾ ਹੀ ਕੋਈ ਬੰਦਾ नहीं। तो इन्हीं ही गल मैं कहता हूं। राहुल गांधी मामले में आप कह रहे हैं कि विपक्ष को एकजुट होने की जरूरत है, क्या आम आदमी पार्टी का सहयोग लिया जाएगा? देखो इसमें तो सेंट्रल हमारी पार्टी सारी ऑपोजिशन पार्टीज को उनसे रिक्वेस्ट कर रही है, और आम आदमी पार्टी ने दिल्ली में, मैं समझता हूँ सूझबूझ से उन्होंने काम किया है। उनको भी पता है बाय द एंड ऑफ द डे एवरीबडी विल हैव टू गेट टुगेदर। तो वहाँ अगर वो कर रहे हैं तो करना चाहिए, डेमोक्रेसी बचाने के लिए तो एवरी पार्टी विल हैव टू कम टुगेदर। ਤੁਸੀਂ ਦੇਖਿਆ ਹੋਣਾ ਕੱਲ ਲੋਕਤੰਤਰ ਦਾ ਘਾਣ ਕੀਤਾ ਗਿਆ ਔਰ ਕਿਸ ਤਰ੍ਹਾਂ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਰਾਹੁਲ ਗਾਂਧੀ ਜੀ ਨੂੰ ਸਜ਼ਾ ਸੁਣਾਈ ਗਈ ਔਰ ਉਸ ਤੋਂ ਬਾਅਦ ਨਾਲ ਹੀ ਨਾਲ ਇੱਕ ਦਿਨ ਦੇ ਬਾਅਦ ਉਹਨਾਂ ਦੀ ਜਿਹੜੀ ਸਦਸਤਾ ਸੀਗੀ
ਉਹਨੂੰ ਰੱਦ ਕਰ ਦਿੱਤਾ ਗਿਆ। ਉਹਦਾ ਕਾਰਨ ਇਹ ਸੀਗਾ ਕਿ ਰਾਹੁਲ ਗਾਂਧੀ ਜਿਹੜਾ ਅਡਾਨੀ ਤੇ ਅੰਬਾਨੀ ਸਾਹਿਬ ਦਾ ਰਿਸ਼ਤਾ ਹੈ, ਔਰ ਜਿਹੜਾ ਉਹ 20,000 ਕਰੋੜ ਰੁਪਏ ਦੀ ਗੱਲ ਕਰ ਰਿਹਾ ਹੈ ਕਿ ਅਡਾਨੀ ਦੇ ਕੋਲੇ ਜਿਹੜਾ 20,000 ਕਰੋੜ ਰੁਪਇਆ ਹੈ ਉਹ ਕਿੱਥੋਂ ਆਇਆ ਤੇ ਕਿਵੇਂ ਆਇਆ, ਮੈਨੂੰ ਇਹਦੇ ਤੇ ਜਵਾਬ ਚਾਹੀਦਾ ਹੈ। ਉਸ ਬਾਰੇ ਲੋਕ ਸਭਾ ਦੇ ਵਿੱਚ ਗੱਲ ਕਰ ਰਹੇ ਸੀ, ਔਰ ਜਦੋਂ ਉਹਨਾਂ ਨੇ ਸਮਾਂ ਮੰਗਿਆ ਉਹਨਾਂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ, ਉਹਨਾਂ ਦਾ ਮਾਈਕ ਵੀ ਨਹੀਂ ਔਨ ਕੀਤਾ, ਔਰ ਸਾਰੀ ਪ੍ਰਕਿਰਿਆ ਲੋਕਾਂ ਨੇ ਦੇਖੀ ਕਿ ਇਹ ਕਿਉਂ ਹੋ ਰਿਹਾ, ਕਿਉਂਕਿ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਔਰ ਦੇਸ਼ ਦਾ ਸਭ ਤੋਂ ਤਾਕਤਵਰ ਰਾਜਨੀਤਿਕ ਘਰਾਣੇ ਦਾ ਉਹ ਵਿਅਕਤੀ ਜਿਹੜਾ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ, ਉਹਨੂੰ ਕਿਸ ਤਰ੍ਹਾਂ ਉਹਦੀ ਆਵਾਜ਼ ਦੱਬਣ ਦਾ ਕੰਮ ਕੀਤਾ ਜਾ ਰਿਹਾ ਹੈ, ਸਾਰੀ ਦੁਨੀਆ ਨੇ ਦੇਖਿਆ। ਫਰਵਰੀ ਦੇ ਵਿੱਚ ਪ੍ਰੋਸੀਡਿੰਗ ਸ਼ੁਰੂ ਹੋਈਆਂ ਤੇ ਮਾਰਚ ਦੇ ਵਿੱਚ 1 ਮਹੀਨੇ ਦੇ ਵਿੱਚ ਪ੍ਰੋਸੀਡਿੰਗਸ ਕੰਪਲੀਟ ਕਰਕੇ ਮੈਕਸਿਮਮ ਜਿਹੜੀ ਸਜ਼ਾ ਸੀਗੀ 2 ਸਾਲ ਦੀ, ਹਾਲਾਂਕਿ ਇਹ ਹੁੰਦਾ ਕਿ ਮੈਕਸਿਮਮ ਸਜ਼ਾ ਨਹੀਂ ਸੁਣਾਈ ਜਾਂਦੀ ਕਿਸੇ ਵੀ ਕੇਸ ਦੇ ਵਿੱਚ, ਇਸ ਕੇਸ ਦੇ ਵਿੱਚ ਅਗਰ ਵੱਧ ਤੋਂ ਵੱਧ ਸਜ਼ਾ 2 ਸਾਲ ਦੀ ਹੋ ਸਕਦੀ ਸੀ, ਉਹ ਪੂਰਨ 2 ਸਾਲ ਦੀ ਦਿੱਤੀ ਗਈ ਤੇ ਸਦਸਤਾ ਰੱਦ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਇਸੇ ਹੀ ਕੇਸ ਦੇ ਵਿੱਚ ਇੱਕ ਹੋਰ ਮੋੜ ਸੀਗਾ, ਜਦੋਂ ਕਿ ਹੋਰ ਜੱਜ ਸਾਹਿਬਾਨ ਸੀ, ਉਹਨਾਂ ਜਦੋਂ ਸੁਣਵਾਈ ਚੱਲ ਰਹੀ ਸੀ ਤਾਂ ਇਹਨਾਂ ਹੀ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਸੀ, ਇਹਨਾਂ ਨੇ ਹਾਈ ਕੋਰਟ ਗੁਜਰਾਤ ਦੇ ਵਿੱਚ ਅਪੀਲ ਕਰਕੇ ਸਟੇ ਕਰਾਤੀਆਂ ਸੀ ਆਪਦੀਆਂ ਪ੍ਰੋਸੀਡਿੰਗਸ। ਫਿਰ ਨਵੇਂ ਜੱਜ ਸਾਹਿਬ ਆਏ, ਫਿਰ ਉਹਨਾਂ ਹੀ ਲੋਕਾਂ ਨੇ ਆਪਦੀ ਸਟੇ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਵਾਪਸ ਲਈ ਤੇ ਸਟੇ ਵਕੇਟ ਕਰਾ ਕੇ 1 ਮਹੀਨੇ ਦੇ ਅੰਦਰ ਅੰਦਰ ਇਹ ਪ੍ਰੋਸੀਡਿੰਗਸ ਕੰਪਲੀਟ ਕਰਾ ਦਿੱਤੀਆਂ ਗਈਆਂ। ਸੋ ਜਨਤਾ ਸਭ ਜਾਣਦੀ ਹੈ, ਤੁਸੀਂ ਪਿਛਲੇ ਦਿਨਾਂ ਹੀ ਵੀ ਦੇਖਿਆ ਹੋਣਾ ਹੈ ਕਿ ਪਹਿਲੀ ਵਾਰੀ ਦੇਸ਼ ਦੇ 2 ਸੁਪਰੀਮ ਕੋਰਟ ਦੇ ਜੱਜਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਇਹ ਪਹਿਲੀ ਵਾਰੀ ਹੋਇਆ ਸੀ ਦੇਸ਼ ਦੇ ਅੰਦਰ। ਔਰ ਅੱਜ ਜਿਸ ਤਰ੍ਹਾਂ ਦਾ ਮਾਹੌਲ ਹੈ, ਬੁਖਲਾ ਗਈ ਹੈ ਬੀਜੇਪੀ ਰਾਹੁਲ ਗਾਂਧੀ ਜੀ ਤੋਂ, ਉਹਨਾਂ ਦੀ ਯਾਤਰਾ ਤੋਂ, ਉਹਨਾਂ ਦੇ ਚੁੱਕੇ ਗਏ ਸਵਾਲਾਂ ਤੋਂ। ਉਸੇ ਦਾ ਇਹ ਕਾਰਨ ਰਿਹਾ ਕਿ ਅੱਜ ਰਾਹੁਲ ਗਾਂਧੀ ਜੀ ਨੂੰ ਸਦਸਤਾ ਤੋਂ ਬਾਹਰ ਕਰਤਾ, ਕਿਉਂਕਿ ਡਰ ਹੈ ਕਿਤੇ ਨਾ ਕਿਤੇ ਸਰਕਾਰ ਨੂੰ। ਲੇਕਿਨ ਮੈਨੂੰ ਲੱਗਦਾ ਕਿ ਇਸ ਗੱਲ ਦਾ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ। ਲੇਕਿਨ ਮੈਂ ਦੇਸ਼ ਦੇ तमाम ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, तमाम ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਨਾ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ। ਤੁਸੀਂ ਦੇਖਿਆ ਹੋਣਾ, ਅਗਰ ਪੰਜਾਬ ਦੀ ਉਦਾਹਰਨ ਕਰੀਏ, ਡਾਕਟਰ ਬਲਵੀਰ ਸਿੰਘ ਨੇ ਸਿਹਤ ਮੰਤਰੀ ਪੰਜਾਬ ਦੇ 3 ਸਾਲ ਦੀ ਸਜ਼ਾ ਹੋਈ ਹੈ ਉਹਨਾਂ ਨੂੰ, ਇਹ ਬਤੌਰ ਐਮਐਲਏ। ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ, ਕਿਉਂਕਿ ਹਰ ਵਿਅਕਤੀ ਨੂੰ ਆਪਦੀ ਅਪੀਲ ਕਰਨ ਦਾ ਹੱਕ ਹੈਗਾ। ਉਹਨਾਂ ਦੀ ਜਿਹੜੀ ਸਜ਼ਾ ਸੀ ਉਹ ਸਟੇ ਹੋ ਗਈ ਮਾਨਯੋਗ ਉੱਚ ਅਦਾਲਤ ਤੇ ਅੱਜ ਉਹ ਮੰਤਰੀ ਹੈ। ਤੇ ਜੇ ਇਸ ਤਰ੍ਹਾਂ ਵਾਪਰਦਾ ਵੀ 1 ਦਿਨ ਦੇ ਵਿੱਚ ਪ੍ਰੋਸੀਡਿੰਗ ਹੁੰਦੀਆਂ, ਬਲਬੀਰ ਸਿੰਘ ਜੀ ਤੇ ਰਾਹੁਲ ਗਾਂਧੀ ਚ ਕਿੰਨਾ ਵੱਡਾ ਅੰਤਰ ਹੈ। ਲੇਕਿਨ ਇਸ ਦੇ ਬਾਵਜੂਦ ਵੀ ਕਿਸ ਪ੍ਰਕਾਰ ਦੀ ਬਦਲਾਖੋਰੀ ਦੀ ਭਾਵਨਾ ਨਾਲ ਇਹ ਕੰਮ ਕੀਤਾ। ਚਾਹੁੰਦੀ ਹੈ ਸਰਕਾਰ, ਇਹ ਮੋਦੀ ਸਰਕਾਰ ਚਾਹੁੰਦੀ ਹੈ ਕਿ ਸਾਡੇ ਖਿਲਾਫ ਜਿਹੜਾ ਆਵਾਜ਼ ਚੁੱਕੇਗਾ ਉਹਦੀ ਆਵਾਜ਼ ਕੁਚਲ ਦਿੱਤੀ ਜਾਊਗੀ, ਦਬਾ ਦਿੱਤੀ ਜਾਊਗੀ, ਕੱਟ ਦਿੱਤੀ ਜਾਊਗੀ। ਔਰ ਇਹ ਵਾਰ-ਵਾਰ ਗਾਂਧੀ ਪਰਿਵਾਰ ਤੇ ਹਮਲੇ ਹੋ ਰਹੇ ਹੈ, ਇੱਕ ਵਾਰ ਨਹੀਂ। ਸਭ ਤੋਂ ਮੈਂ ਸਮਝਦਾ ਕਿ ਜਿਹਨੂੰ ਲਾਈਫ ਥ੍ਰੈਟਨਿੰਗ ਹੈ ਉਹ ਗਾਂਧੀ ਪਰਿਵਾਰ ਨੂੰ ਹੈ। ਪਹਿਲਾਂ ਆਉਂਦਿਆਂ ਸਾਰ ਉਹਨਾਂ ਦੀ ਐਸਪੀਜੀ ਵਾਪਸ ਲੈਣਾ, ਜਿਨ੍ਹਾਂ ਨੇ 2 ਦੇਸ਼ ਦੇ ਪ੍ਰਧਾਨ ਮੰਤਰੀ ਗਵਾਏ ਹੋਣ, ਔਰ ਅੱਜ ਇਸ ਤਰ੍ਹਾਂ ਸਦਸਤਾ ਰੱਦ ਕਰਨਾ। ਇਸ ਤੋਂ ਬਾਅਦ ਭਾਜਪਾ ਸਰਕਾਰ ਦੇ ਹੋਰ ਕਈ ਮਨਸੂਬੇ ਹਨ। ਉਹਨਾਂ ਦੇ ਮਨ 'ਚ ਹੈ ਕਿ ਟੀਸੀ ਵਾਲੇ ਜਿਹੜਾ ਟਾਣਾ ਹੈ ਉਹਨੂੰ ਹੱਥ ਪਾ ਲਓ ਤੇ ਉਸ ਤੋਂ ਬਾਅਦ ਕਿਸੇ ਨੂੰ ਅਸੀਂ ਬੋਲਣ ਨਹੀਂ ਦਿਆਂਗੇ। ਔਰ ਅਸੀਂ ਸਮੂਹ ਪੰਜਾਬੀਆਂ ਨੂੰ, ਦੇਸ਼ ਨਿਵਾਸੀਆਂ ਨੂੰ ਔਰ तमाम ਪਾਰਟੀਆਂ ਦੇ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਇਕੱਠੇ ਹੋ ਕੇ ਰਾਹੁਲ ਗਾਂਧੀ ਦੀ ਲੜਾਈ ਨਹੀਂ ਹੈ, ਅਸੀਂ ਲੋਕਤੰਤਰ ਨੂੰ ਬਚਾਉਣ ਦਾ ਕੰਮ ਕਰੀਏ ਔਰ ਸੰਵਿਧਾਨ ਦੀ ਲੜਾਈ ਲੜੀਏ। ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਚਾਈਨਾ ਬਣ ਜਾਏਗਾ, ਇਹ ਪਾਕਿਸਤਾਨ ਬਣ ਜਾ ਰਿਹਾ ਹੈ, ਜਿੱਥੇ ਕਿਸੇ ਵਿਅਕਤੀ ਨੂੰ ਕੋਈ ਬੋਲਣ ਦਾ ਹੱਕ ਨਹੀਂ ਹੋਏਗਾ। ਅਗਰ ਕੋਈ ਬੋਲਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਫੜ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਊਗਾ। ਸੋ ਅੱਜ ਦੀ ਮੀਟਿੰਗ ਰੱਖੀ ਗਈ ਹੈ। ਅਗਲੀ
ਕੀ ਰਣਨੀਤੀ ਹੋਊਗੀ, ਕਿਸ ਤਰ੍ਹਾਂ ਅਸੀਂ ਲੜਾਈ ਲੜਨੀ ਹੈ, ਅੱਜ ਦੀ ਮੀਟਿੰਗ ਤੋਂ ਬਾਅਦ ਇਹ ਸਾਰਾ ਕੁਝ ਤੈਅ ਹੋਊਗਾ। राहुल गांधी जी की सदस्यता खत्म कर दी गई, क्या लगता है काफी जो है तत्परता दिखाई गई है, रुके नहीं, क्योंकि ऐसा कहा जाता है कि 3 साल की सजा हो तो इस तरीके का आदेश जारी होता नहीं, है। वैसे भी जो बिहेवियर है ये डेमोक्रेसी के लिए अच्छा नहीं है, ये डिक्टेटरशिप है। क्योंकि डेमोक्रेसी में ओपोजिशन का रोल भी उतना ही बड़ा है जितना सरकार का है, क्योंकि हर आदमी हर एंगल से नहीं देखता उसको। जिंदगी में वैसे भी अगर आप किसी से बात करोगे तो आपको कुछ ना कुछ सीखने को मिलेगा, लेकिन जब आदमी अपने आँख और कान नाक बंद कर लेता है तो ऐसे बिहेवियर करता है। सो मेरा ख्याल है कि ऐसा बिहेवियर जो है वो डेमोक्रेसी के लिए अच्छा नहीं है, और आने वाला समा जो है हिंदुस्तान के लिए ठीक नहीं है। अगर आप ऑपोजिशन के साथ व्यवहार करते हैं और इमीडिएटली, जबकि ऐसे केसेस में कभी इतनी सज़ा नहीं होती, इस सेक्शन में मैक्सिमम सज़ा यही है, और सदस्यता ख़त्म करने के लिए 2 साल की कम से कम सज़ा चाहिए, और यही इन्होंने बिल्कुल प्री प्लान्ड और इतना क्विक जो है वो डिसीजन लिए हैं। मेरा ख्याल है कि ऐसा होना नहीं चाहिए। कांग्रेस की रणनीति क्या रहेगी? राजघाट में कल दिल्ली में प्रदर्शन भी कांग्रेस करने जा रही है, पंजाब नहीं, हम में क्या सारे देखो इसीलिए आज मीटिंग रखी है, और मेरा ख्याल है कि हमें सड़कों पे आना होगा, क्योंकि ये अकेले राहुल गांधी की बात नहीं है, ये देश की बात है। और मेरा ख्याल है कि आप सब लोग, हम सब लोग, क्योंकि डेमोक्रेसी के जो चारों पिलर है वो अपनी अपनी जगह अगर काम करते रहेंगे तो तभी जाके ये देश बचेगा। अदरवाइज हमारे पास समस्याएं बहुत हैं, और हम उन समस्या को सुलझाने की बजाय हम इसको इतना उलझा रहे हैं कि आने वाला समय हिंदुस्तान के लिए अच्छा नहीं है। नहीं, कानूनी प्रक्रिया ਤਾਂ ਡੈਫੀਨੇਟਲੀ, ਪਰ ਕਾਨੂੰਨ ਤਾਂ ਤੁਸੀਂ ਦੇਖ ਸਕਦੇ ਆ ਨਾ, ਕਾਨੂੰਨ ਕਿਸੇ ਬੰਦੇ ਲਈ ਹੋ ਰਿਹਾ ਹੈ। ਮੈਂ ਜਦੋਂ ਸ਼ੁਰੂ ਚ ਨੌਕਰੀ ਚ ਆਇਆ ਸੀ ਨਾ, ਤੇ ਮੈਂ ਕਿਸੇ ਆਫੀਸਰ ਨੂੰ ਪੁੱਛਿਆ ਕਿ ਮੈਨੂੰ ਫਲਾਨਾ ਕਾਨੂੰਨ ਦੱਸ ਦਿਓ। ਮੈਨੂੰ ਕਹਿੰਦਾ ਪ੍ਰਗਟ ਇੱਕ ਗੱਲ ਯਾਦ ਰੱਖੀ ਕਿ ਉਹਨੇ ਕੋਈ ਲਫ਼ਜ਼ ਯੂਜ਼ ਕੀਤੇ ਕਿ ਕਾਨੂੰਨ ਜਿਹੜਾ ਬੇਸਿਕਲੀ ਗੱਲ ਇੰਨੀ ਸੀ ਕਿ ਉਹ ਕਹਿੰਦਾ ਤੁਸੀਂ ਸ਼ਕਲ ਦਿਖਾ ਲਿਓ, ਫਿਰ ਮੈਂ ਤੁਹਾਨੂੰ ਕਾਨੂੰਨ ਜਿਹੜਾ ਉਹਦੇ ਮੁਤਾਬਕ ਡਿਜ਼ਾਈਨ ਕਰ ਦੂੰਗਾ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਬਹੁਤ ਮਾੜੀ ਗੱਲ ਹੈ, ਡੈਮੋਕ੍ਰੇਸੀ ਲਈ ਮਾੜੀ ਗੱਲ ਹੈ, ਹਿੰਦੁਸਤਾਨ ਦੀ ਜਿਹੜਾ ਰਿਵਾਈਵਲ ਹੈ ਉਹਦੇ ਲਈ ਬਹੁਤ ਔਖਾ ਸਮਾਂ ਹੈ। सर, बीजेपी अभी भी कह रही है कि जो भाषा का इस्तेमाल हुआ था वो सही नहीं है, तो कांग्रेस का क्या कहना है इस पर? नहीं, भाषा का क्या, उसने जो 3-4 चोर है उनका नाम ले दिया, उसमें क्या प्रॉब्लम है? उसमें सारी कम्युनिटी कहाँ आ गई? क्योंकि ये भागे हुए भगौड़े हैं, ये तो है नहीं कि हाँ भी ये लोग जो हैं वो बड़े साफ सुथरे लोग हैं। ये एब्सकॉन्डर हैं, कंट्री के पैसे लेके भागे हैं, तो उनका नाम ले दिया कि उनके पीछे मोदी लगता है, तो फिर क्या हो गया? सर, लगता है प्रदर्शन से दबाव बढ़ेगा क्या केंद्र के ऊपर, जिस तरीके से आप कल सड़कों पे उतरे? नहीं, देखो डेफिनेटली हम दबाव बढ़ाएंगे, लेकिन मैं तो ये जनरल आपके माध्यम से ये कहना चाहता हूँ कि लोगों को इसमें आगे आना चाहिए, क्योंकि अगर ऐसी डेमोक्रेसी चलेगी और आने वाले 2024 में अगर ऐसा ही सोच रहा तो ये डेफिनेटली कॉन्स्टिट्यूशन भी चेंज करेंगे और उससे आगे भी बढ़ेंगे। ਪ੍ਰਗਟ ਜੀ, ਜਿਹੜਾ ਸੂਬੇ ਦੇ ਹਾਲਾਤ ਜਿਸ ਤਰ੍ਹਾਂ ਦੇ ਨਾਲ ਚੱਲ ਰਹੇ ਨੇ ਪੰਜਾਬ ਦੇ, ਤੇ ਉਹਨੂੰ ਹਾਲਾਂਕਿ ਸਰਕਾਰ ਤਾਂ ਕਹਿੰਦੀ ਹੈ ਕਿ ਬਹੁਤ ਅਮਨ ਸ਼ਾਂਤੀ ਹੈ, ਠੀਕ ਹੈ, ਕੋਈ ਦਿੱਕਤ ਹੋਵੇ ਨਹੀਂ, ਪਰ ਅੰਮ੍ਰਿਤਪਾਲ ਦੀਆਂ ਹਰ ਦਿਨ ਨਵੀਆਂ ਵੀਡੀਓ ਜ਼ਰੂਰ ਸਾਹਮਣੇ ਆ ਰਹੀਆਂ ਨੇ, ਪਰ ਉਹ ਗ੍ਰਿਫਤ देखो ये प्योरली डिजाइंड बाय बीजेपी, एग्जीक्यूटेड बाय भगवंत मान। ਇਹਦੇ 'ਚ ਕੋਈ ਦੋ ਰਾਮਾ ਨਹੀਂ, ਮੈਨੂੰ ਕੋਈ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ, ਕਿਉਂਕਿ ਅੰਮ੍ਰਿਤਪਾਲ ਨੂੰ ਵੱਡਾ ਕਿਹਨੇ ਕੀਤਾ 6-7 ਮਹੀਨਿਆਂ ਦੇ ਵਿੱਚ, ਕਿਉਂਕਿ ਇਹ ਲੂਜ਼ ਐਂਡ ਜਦੋਂ ਰੱਖੇ ਜਾਂਦੇ ਆ। ਸਿਰਫ ਗੱਲ ਤਾਂ ਇੰਨੀ ਕਿਹਾ ਕਿ ਇੱਕ ਬੰਦੇ ਨੇ ਜਿੰਨੀ ਗਲਤੀ ਕੀਤੀ ਆ ਉਨੀ ਉਹਨੂੰ ਸਜ਼ਾ ਮਿਲਣੀ ਚਾਹੀਦੀ। ਵੈਸੇ ਵੀ ਕਿਤੇ ਚੋਰੀ ਦੀ ਜਗ੍ਹਾ ਜੇ ਕਿਸੇ ਨੇ ਚੋਰੀ ਕੀਤੀ ਹੋਵੇ ਉਹਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਬਟ ਐਟ ਦਾ ਸੇਮ ਟਾਈਮ ਤੁਸੀਂ ਸਾਰੀ ਕਮਿਊਨਿਟੀ ਨੂੰ ਬਦਨਾਮ ਕਰਨਾ। ਸਿੱਖਾਂ ਨੇ ਯਾਰ ਇਸ ਦੇਸ਼ ਦੀ ਆਜ਼ਾਦੀ ਲਈ, ਇਸ ਦੇਸ਼ ਦੇ ਸਿਸਟਮ ਲਈ ਕਿੱਥੇ ਯੋਗਦਾਨ ਨਹੀਂ ਪਾਇਆ, ਔਰ ਅੱਜ ਕੌਣ ਖਾਲਿਸਤਾਨ ਮੰਗਦਾ? ਮੇ ਵੀ ਹੋ ਸਕਦਾ 5-7 ਮੇਰੇ ਖਿਆਲ 200-400 ਬੰਦੇ ਤੋਂ ਜ਼ਿਆਦਾ ਨਹੀਂ ਹੋਣਗੇ, ਐਂਡ ਉਹ ਵੀ ਮੈਨੂੰ ਪਤਾ ਵੀ ਇਹ ਕਿੱਦਾਂ ਕਰਦੇ ਆ। ਬਟ ਐਟ ਦਾ ਸੇਮ ਟਾਈਮ ਇੱਦਾਂ ਤਾਂ ਨਾ ਕਰੋ, ਤੁਸੀਂ ਸਾਰੀ
ਪੰਜਾਬੀਅਤ ਨੂੰ, ਸਾਰੇ ਸਿੱਖੀਜ਼ਮ ਨੂੰ ਤੁਸੀਂ ਇਸ ਬ੍ਰਾਂਡਿੰਗ ਕਰਦੇ ਹੋ ਕਿ ਹਾਂ ਵੀ ਇਹ ਪਤਾ ਨਹੀਂ ਕੀ ਇਹਨਾਂ ਨੇ ਕਰ ਦਿੱਤਾ ਹੈ। ऐसी सिचुएशन में लग रहा है इससे जालंधर बाईपोल इलेक्शन हो पाएगा लोकसभा का, क्या लगता है आपको? नहीं चलो वो तो एक छोटी बात है क्योंकि बाई इलेक्शन है, वो हो ना हो उससे कुछ फ़र्क नहीं पड़ता, लेकिन ये 2024 के लिए डेफिनेटली एक बिल्कुल जो है वो मनगढ़ंत कहानी घड़ी जा रही है। क्योंकि मैं उस दिन बाहर से आया था और मैं जब दिल्ली एयरपोर्ट पे उतरा, मैं 3-4 घंटे वहाँ था, मतलब ऐसे लग रहा था कि भाई पंजाब तो खालिस्तान बनता ही रह गया, तो ये तो बीजेपी ही है जिसने इसको बचा लिया, जबकि पंजाब में ऐसी कोई बात नहीं है। मैंने तो आईजी हेडक्वार्टर जो डॉक्टर सखचैन सिंह है उनकी भी एक प्रेस कॉन्फ्रेंस सुनी, वहाँ कह रहे हैं कि हाँ भी इंटरनेट बंद है, फ्लैग मार्च हो रहा है, लेकिन पंजाब में शांति है। यार पंजाब में तो कोई ऐसी बात ही नहीं है। जो आप प्रोजेक्ट कर रहे हो, दुनिया में प्रोजेक्ट कर रहे हो, मैं नहीं कहता, मैं तो पूरे दुनिया के सिखों को भी ये भी अपील करना चाहता हूँ कि आप ऐसा कोई काम ना करो जिससे हमारी ब्रांडिंग खराब हो, जिससे हमारा, क्योंकि अगर कोई नेशनल फ्लैग की रिस्पेक्ट नहीं करता तो हाँ भी उसके खिलाफ कानूनी कार्रवाई होनी चाहिए। हम तो यार 10 साल हिंदुस्तान का झंडा लेके आगे बढ़े हैं, सो इसलिए ये सारी बातें जो है वो मेरा ख्याल है, और एक आधा बंदा अगर कोई गलती करता है तो उसको उसकी सज़ा उतनी मिलनी चाहिए। ਜਿਹੜਾ ਡਿਸਕੁਆਲੀਫਾਈ ਜਿਹੜਾ ਕਰਨ ਦੀ ਸਾਰੀ ਚੀਜ਼ਾਂ ਹੋਈ ਹੈ, ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹੋ? ਲਗਾਤਾਰ ਜਿਹੜੇ ਹੈਗੇ ਮੀਟਿੰਗਸ ਦਾ ਦੌਰ ਚੱਲ ਰਿਹਾ ਕਾਂਗਰਸ। ਦੇਖੋ ਗੱਲ ਹੈ ਕਿ ਬੜੀ ਬਹੁਤ ਵੱਡਾ ਧੱਕਾ ਹੋਇਆ, ਔਰ ਮੈਂ ਸਮਝਦਾ ਨਹੀਂ ਕਾਲ ਕਰਨ ਦੀ ਕੀ ਲੋੜ ਪਈ ਸੀ। ਤੇ ਜੇ ਕੋਰਟ ਨੇ 30 ਦਿਨ ਦਾ ਟਾਈਮ ਦਿੱਤਾ ਅਪੀਲ ਕਰਨ ਦਾ, ਤੇ ਉਹਨਾਂ ਨੂੰ ਅਪੀਲ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ। ਜੇ ਉਹਨਾਂ ਨੂੰ ਸਟੇ ਨਾ ਮਿਲਦਾ ਤਾਂ ਲੈ ਲੈਂਦੇ, ਕਾਰਵਾਈ ਕਰ ਲੈਂਦੇ। ਇਹ ਮੇਰੇ ਖਿਆਲ ਨਾਲ ਡੈਮੋਕ੍ਰੇਸੀ ਦਾ ਕਤਲ ਹੋਇਆ। ਕਾਂਗਰਸ ਦੀ ਰਣਨੀਤੀ ਹੁਣ ਕਿਸ ਤਰ੍ਹਾਂ ਦੀ ਹੈ? ਇਹ ਹੁਣ ਬਣਾਵਾਂਗੇ ਤਾਂ ਤੁਹਾਨੂੰ ਦੱਸਣਗੇ ਸਾਡੇ ਪ੍ਰਧਾਨ ਜੀ। ਠੀਕ ਹੈ ਸਰ। ਡੈਮੋਕ੍ਰੇਸੀ ਦੇ ਵਿੱਚ ਜਿਹੜੀ ਸਭ ਤੋਂ ਬੇਸਿਕ ਚੀਜ਼ ਹੈ ਉਹ ਡਾਈਸੈਂਟ ਹੈ। ਵੱਖਰਾ ਓਪੀਨੀਅਨ ਰੱਖਣਾ ਹਰ ਆਦਮੀ ਦਾ ਹੱਕ ਹੈ, ਇਹ ਜਮਹੂਰੀਅਤ ਦੀ ਸੁੰਦਰਤਾ ਹੈ। ਲੇਕਿਨ ਆ ਜੋ ਕੁਛ ਇਹਨਾਂ ਨੇ ਕੀਤਾ ਹੈ, ਇਹਦੇ ਨਾਲ ਜਮਹੂਰੀਅਤ ਦਾ ਗਲ ਘੁੱਟਣ ਵਰਗੀ ਗੱਲ ਹੈ। ਔਰ ਮੈਂ ਮੁਲਕ ਦੀਆਂ तमाम राजनीतिक पार्टियां ਨੂੰ ਇਹ ਪ੍ਰਾਰਥਨਾ ਕਰਦਾ ਹੈ ਕਿ ਆਪਣੇ ਮਤਭੇਦ ਭੁੱਲ ਕੇ ਆਓ ਸਾਰੇ ਇਕੱਠੇ ਹੋ ਕੇ ਇਹ ਜਿਹੜਾ ਜਮਹੂਰੀਅਤ ਤੇ ਹਮਲਾ ਹੈ ਇਹਨੂੰ ਆਪਾਂ ਨੇ ਰਲ ਮਿਲ ਕੇ ਦਾ ਮੁਕਾਬਲਾ ਕਰਨਾ ਹੈ ਔਰ ਦੇਸ਼ 'ਚ ਜਮਹੂਰੀਅਤ ਨੂੰ ਬਚਾਉਣਾ ਹੈ। ਠੀਕ ਹੈ। ਵੱਡਾ ਕਤਲ ਜਿਹੜਾ ਉਹ ਕਦੇ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਿਆ। ਇਹ ਪਹਿਲੀ ਵਾਰ ਹੋਇਆ ਕਿ ਇੰਨੀ ਜਲਦਬਾਜ਼ੀ ਕਰਕੇ ਹਜੇ ਸਜ਼ਾ ਸੁਣਾਈ ਨੂੰ ਇੱਕ ਦਿਨ ਨਹੀਂ ਸੀ ਹੋਇਆ ਔਰ ਇੱਕਦਮ ਹੀ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਇਹ ਤਾਂ ਮੈਂ ਸਮਝਦਾ ਲੋਕ ਰਾਜ ਦਾ ਹੀ ਇੱਕ ਬਹੁਤ ਵੱਡਾ ਘਾਣ ਹੈ ਔਰ ਅਸੀਂ ਲੜਾਈ ਲੜਾਂਗੇ, ਕੋਈ ਗੱਲ ਨਹੀਂ। ਜਿੱਡੀ ਮਰਜ਼ੀ ਇਹ ਡਿਕਟੇਟਰਸ਼ਿਪ ਚਲਾ ਲੈਣ, ਤਾਨਾਸ਼ਾਹੀ ਦਾ ਰਾਜ ਚਲਾ ਲੈਣ, ਪਰ ਅਸੀਂ ਕਾਂਗਰਸ ਵਾਲੇ ਅਸੀਂ ਇਸ ਤੋਂ ਭੱਜਣ ਵਾਲੇ ਨਹੀਂ, ਨਾ ਡਰਨ ਵਾਲੇ ਆ। ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ, ਲੋਕਾਂ ਦੇ ਵਿੱਚ ਵੀ ਲੜਾਈ ਲੜਾਂਗੇ। ਸਰ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ? ਦੇਖੋ ਅੱਜ ਸਾਡੀ ਮੀਟਿੰਗ ਸੱਦੀ ਗਈ, ਐਮਰਜੈਂਸੀ ਮੀਟਿੰਗ ਹੈ ਔਰ ਇਹਦੇ ਵਿੱਚ ਕੀ ਨਿਕਲ ਕੇ ਆਉਂਦਾ ਇਸ ਤਾਂ ਹਾਈ ਕਮਾਂਡ ਦਾ ਕੀ ਆਦੇਸ਼ ਹੈ ਉਹ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਅਸੀਂ ਸੰਸਦ ਤੋਂ ਸੜਕ ਤੱਕ ਲੜਾਈ ਲੜਨ ਲਈ ਪੂਰੇ ਤਿਆਰ। ਠੀਕ ਹੈ ਜੀ, ਥੈਂਕ ਯੂ। ਓਕੇ। एनएसए लगाया गया, शाम पे इतने सी ਚਲੋ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਮੰਨਦਾ ਹੈਗਾ ਜਾਂ ਅਗਰ ਕੋਈ ਆਪਣੀ ਇਸ ਪਛਤਾਵਾ ਕਰਦਾ ਤਾਂ ਫਿਰ ਅਗਰ ਸਰਕਾਰ ਉਹਨੂੰ ਕੋਈ ਲੀਨੀਅੰਸੀ ਵਰਤਦੀ ਆ ਤਾਂ ਚੰਗੀ ਗੱਲ। ਠੀਕ ਹੈ, ਥੈਂਕ ਯੂ। ਓਕੇ, ਕੀਤੀ ਜਾ ਰਹੀ पंजाब। सर क्या रणनीति तय की गई है कल के लिए? राहुल गांधी जी ने जो सवाल उठाए अडानी जी के संदर्भ में 20,000 करोड़ रुपए जो सेल कंपनी के अडानी ग्रुप के अंदर लगे हुए हैं वो पैसे किनके हैं, उस सवाल का जवाब केंद्र सरकार और नरेंद्र मोदी जी नहीं दे रही है। लगातार पार्लियामेंट के अंदर वो सवाल उन्होंने उठाए और तमाम सवाल बातें वहां से हटा दी गई। अडानी जी और नरेंद्र मोदी जी के रिश्ते क्या है, ये जवाब उनके पास नहीं बन रहा है। इन सवालों के जवाब देने की जगह जो केस कोलार के अंदर जो उन्होंने बात करी, सिर्फ उन्होंने सवाल खड़े किए। मोदी
जाति या समाज के संदर्भ में नहीं, नीरव मोदी, ललित मोदी, नरेंद्र मोदी सवाल किए, उस सवाल के संदर्भ में जो फैसला आया है, उस फैसले कब आया है, कैसे आया, उसकी टाइमिंग क्या है, उसकी प्रक्रिया क्या है, वो पूरा देश देख रहा है। इन सवालों का जवाब देने की जगह डरी हुई केंद्र सरकार, डरी हुई भारतीय जनता पार्टी, डरे हुए प्रधानमंत्री जी ये सब कार्रवाई कर रहे हैं। जब राजनीतिक दल सभा करते हैं, चुनावी सभा करते हैं, उन चुनावी सभा के खिलाफ कार्रवाई, जब कोई कार्यक्रम करते हैं भारत जोड़ो यात्रा, वहां कोई बात करते हैं उनके खिलाफ दिल्ली पुलिस की कार्रवाई, जो बात लंदन के अंदर इंग्लैंड में कहीं नहीं गई है, बिना कही भी बात पर विवाद और विरोध, लोकसभा में बोलने नहीं देना, जो एक लोकसभा के सदस्य का अधिकार है। लोकसभा के सदस्य का राज्यसभा के अंदर जो सदन का सदस्य नहीं है उसके नाम से विवाद विरोध और वो सदन को ठप करना, ये हमारी कभी परंपरा नहीं रही। इस पृष्ठभूमि के अंदर जो कार्रवाई करी गई, राहुल गांधी जी ने स्पष्ट किया है, कोई भी कार्रवाई चाहे परमानेंट तौर पर दीवार क्यों नहीं कर दिया जाए, जेल क्यों नहीं भेज दिया जाए, वो सवाल लगातार करते रहेंगे, सवाल देश के लिए करते रहेंगे, संविधान को बचाएंगे, लोकतंत्र को बचाएंगे, देश को बचाएंगे। आने वाले समय के अंदर हम लगातार लोगों के बीच में जाएंगे, ये बात लोगों के अदालत में लोगों के बीच में रखेंगे। सर, कल कांग्रेस प्रदर्शन में उतर रही है, पंजाब कांग्रेस की क्या रणनीति है, कहाँ पर प्रदर्शन किया जाएगा? कल हर जिले के अंदर हम लोग गांधी जी के मूर्ति के नीचे हम लोग कल 10 से 5 बजे तक हर जिले स्तर के ऊपर धरना देंगे। ठीक है सर, थैंक यू।